स्टूडेंट्स अज असी डिस्कस करन जा रहे हैं एक बहुत ही इंपॉर्टेंट इफैक्ट है इनू असी बोलते हैं जी मैन इफैक्ट। और ये जिहड़ा इफैक्ट है ये एक्चुअली एक एक्सपैरीमेंट होया है बेसिकली जिहड़ा कि मेजर करता है एटम दे इंटरनल मैगनैटिक फील्ड और एक्सटर्नल मैगनैटिक फील्ड दी दोवां दी जिहड़ी इंटरैक्शन है उन्हां नूं जिहड़ा वो एक्सप्लेन करता है। इंटरनल मैगनैटिक फील्ड वो असी देख लिया सी कि दो तरह के हुंदे ने साडे कोल स्पिन ਦੇ ਕਾਰਨ ਹੋ ਸਕਦਾ ਹੈ ਜਾਂ ਫਿਰ ਆਰਬਿਟਲ ਐਂਗੂਲਰ ਮੋਮੈਂਟਮ ਹੈ ਉਹਦੇ ਕਰਕੇ ਹੋ ਸਕਦਾ ਹੈ ਔਰ ਉਹਨਾਂ ਦੋਨਾਂ ਦੀ ਇੰਟਰੈਕਸ਼ਨ ਕਾਰਨ ਸਪਿਨ ਆਰਬਿਟ ਕਪਲਿੰਗ ਦੇ ਕਾਰਨ ਜਿਹੜੀ ਹੈ ਉਹ ਸਾਡੇ ਜਿਹੜੇ ਸਪੈਕਟਰਾ ਨੇ ਉਹਨਾਂ ਦੇ ਵਿੱਚ ਜਿਹੜੇ ਲਾਈਨਸ ਨੇ ਫਾਈਨ ਲਾਈਨਸ ਜਿਹੜੀਆਂ ਨੇ ਉਹ ਸਾਨੂੰ ਨਜ਼ਰ ਆਉਂਦੀਆਂ ਨੇ। ਹੁਣ ਇੱਥੇ ਅਸੀਂ ਗੱਲ ਕਰ ਰਹੇ ਹਾਂ ਐਕਸਟਰਨਲ ਮੈਗਨੈਟਿਕ ਫੀਲਡ ਦੀ। ਤਾਂ ਇਹਦੇ ਵਿੱਚ ਇਹਨੂੰ ਇਸ ਤਰੀਕੇ ਨਾਲ ਜਿਵੇਂ ਅਸੀਂ ਅਰੇਂਜ ਕੀਤਾ ਹੋਇਆ ਵਾ ਐਕਸਪੈਰੀਮੈਂਟ ਨੂੰ ਕਿ ਜਦੋਂ ਅਸੀਂ ਕਿਸੇ ਐਟਮ ਨੂੰ एक्सटर्नल मैगनैटिक फील्ड ਦੇ ਵਿੱਚ ਅਗਰ ਅਸੀਂ ਉਹਨੂੰ ਪਲੇਸ ਕਰਦੇ ਹਾਂ ਤਾਂ ਫਿਰ ਉਸ ਟਾਈਮ ਦੇ ਉੱਪਰ ਜਿਹੜੀ ਉਹਦੀ ਜਿਹੜੀ ਸਪੈਕਟਰਲ ਲਾਈਨ ਹੈ ਉਹਦੀ ਸਪਲਿਟਿੰਗ ਹੋ ਜਾਂਦੀ ਹੈ ਟੂ ਅ ਨੰਬਰ ਆਫ ਕੰਪੋਨੈਂਟ ਲਾਈਨਸ। तो ये ਜਿਹੜਾ इफैक्ट है इससे ਇਹਨੂੰ ਬੋਲਦੇ ਆ ਜ਼ੀਮੈਨ ਇਫੈਕਟ ਕਿਉਂਕਿ ਇਟ ਵਾਜ਼ ਫਸਟ ਓਬਜ਼ਰਵਡ ਬਾਈ ਦ ਜ਼ੀਮੈਨ। ਔਰ ਇਹਨੂੰ ਜਿਹੜਾ ਵਾ ਇਹਨੂੰ ਦੇਖਣ ਦੇ ਲਈ ਇੱਕ ਇਹਦੇ ਵਿੱਚ ਹੋਰ ਇੱਕ ਇੰਟਰਸਟਿੰਗ ਚੀਜ਼ ਇਹ ਹੈਗੀ ਹੈ ਕਿ ਇਹਦੀ ਜਿਸ ਡਾਇਰੈਕਸ਼ਨ 'ਚ ਤੁਸੀਂ ਦੇਖ ਰਹੇ ਹੋ ਉਹਦੇ 'ਤੇ ਉੱਪਰ ਵੀ ਜਿਹੜਾ ਵਾ ਉਹ ਜਿਹੜੀਆਂ ਜਦੋਂ ਸਪਲਿਟਿੰਗ ਜਿਹੜੀ ਤੁਹਾਨੂੰ ਨਜ਼ਰ ਆਉਂਦੀ ਹੈ ਉਹਦਾ ਵੀ ਜਿਹੜਾ ਇਫੈਕਟ ਹੈ ਉਹ ਪੈਂਦਾ ਹੈਗਾ। तो ਉਹਦੇ ਲਈ ਅਗਰ ਉਹਦੇ ਲਈ ਅਸੀਂ ਪਹਿਲੇ ਪੜ੍ਹਦੇ ਹਾਂ ਐਕਸਪੈਰੀਮੈਂਟਲ ਅਰੇਂਜਮੈਂਟ। ਉਹਦੇ ਵਿੱਚ ਅਸੀਂ ਇੱਕ ਸੋਰਸ ਆਫ ਲਾਈਟ ਹੈ ਉਹ ਅਸੀਂ ਲੈ ਲਿਆ ਹੋਇਆ ਜਿਵੇਂ ਇਹੀ ਹੈ ਐਸ ਔਰ ਇਹਨੂੰ ਅਸੀਂ ਜਿਹੜਾ ਵਾ ਇਹਨੂੰ ਪਲੇਸ ਕੀਤਾ ਹੈ ਬਿਟਵੀਨ ਦ ਟੂ ਪੋਲ ਪੀਸਿਸ। ਸਟਰੋਂਗ ਇਲੈਕਟ੍ਰੋਮੈਗਨੈਟ ਜਿਹੜੀ ਹੈ ਉਹ ਅਸੀਂ ਲੈ ਲਈ ਹੈ ਉਹਨਾਂ ਦੋਨਾਂ ਦੇ ਵਿੱਚ ਜਿਹੜਾ ਵਾ ਇਹਨੂੰ ਅਸੀਂ ਪਲੇਸ ਕੀਤਾ ਹੈ। ਔਰ ਇੱਧਰ ਵਾਲੀ ਸਾਈਡ 'ਤੇ ਅਸੀਂ ਜਿਹੜਾ ਵਾ ਉਹ ਅਸੀਂ ਕੋਈ ਸਪੈਕਟਰੋਮੀਟਰ ਜਿਹੜਾ ਵਾ ਉਹ ਅਸੀਂ ਲੈ ਰਹੇ ਹਾਂ ਜਾਂ ਫਿਰ ਜਿਹੜਾ ਕੈਮਰਾ ਹੈ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਔਰ ਇਹ ਦੇਖਣ ਦੇ ਲਈ ਕਿ ਕਿਸ ਤਰ੍ਹਾਂ ਜਿਹੜੀ ਲਾਈਟ ਹੈ ਉਹਦੀ ਸਪਲਿਟਿੰਗ ਜਿਹੜੀ ਹੈ ਉਹ ਹੋ ਰਹੀ ਹੈ। ਹੁਣ ਅਸੀਂ ਇਹਨੂੰ ਪਰਪੈਂਡੀਕੂਲਰ 'ਤੇ ਵੀ ਦੇਖਣਾ ਚਾਹੁੰਦੇ ਹਾਂ ਟੂ ਦ ਫੀਲਡ ਔਰ ਪੈਰਲਲ ਟੂ ਦ ਫੀਲਡ ਕਿਉਂਕਿ ਅਗਰ ਤੁਹਾਡੇ ਕੋਲ ਇਹ ਦੋ ਪੋਲ ਪੀਸਿਸ ਨੇ ਤਾਂ ਮੈਗਨੈਟਿਕ ਲਾਈਨਸ ਆਫ ਫੋਰਸ ਇਹਨਾਂ ਦੋਨਾਂ ਦੇ ਵਿੱਚ ਹੀ ਹੋਣਗੀਆਂ। ਤਾਂ ਇੱਥੋਂ ਦੇਖਣ ਦੇ ਲਈ ਅਸੀਂ ਕੀ ਕੀਤਾ ਹੋਇਆ ਵਾ ਕਿ ਜਿਹੜੀ ਤੁਹਾਡੀ ਮੈਗਨੇਟ ਆ ਇਹਦੇ ਵਿੱਚ ਅਸੀਂ ਹੋਲ ਜਿਹੜਾ ਇਹ ਕੀਤਾ ਹੋਇਆ ਓਵਰਆਲ ਥਰੂ ਦਿਸ ਅਸੀਂ ਹੋਲ ਕੀਤਾ ਹੋਇਆ ਤਾਂ ਕਿ ਅਸੀਂ ਇੱਥੋਂ ਇਸ ਹੋਲ ਦੇ ਥਰੂ ਜਿਹੜਾ ਵਾ ਅਸੀਂ ਦੇਖ ਸਕੀਏ ਕਿ ਜਿਹੜੀ ਸਪਲਿਟਿੰਗ ਹੈਗੀ ਆ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਆ ਉਹ ਹੋ ਰਹੀ ਹੈ। ਸਿਮਿਲਰਲੀ ਇੱਧਰੋਂ ਕਿਉਂਕਿ ਜ਼ਰੂਰਤ ਨਹੀਂ ਹੈਗੀ ਹੋਲ ਕਰਨ ਦੀ ਕੋਈ ਚੀਜ਼ ਅੱਗੇ ਨਹੀਂ ਆ ਰਹੀ ਆਬਸਟੈਕਲ ਤਾਂ ਇਸ ਲਈ ਇਹਨੂੰ ਇੱਥੇ ਅਸੀਂ ਜਿਹੜਾ ਇੱਧਰੋਂ ਅਸੀਂ ਦੇਖ ਰਹੇ ਹਾਂ ਇਹ ਪਰਪੈਂਡੀਕੂਲਰ ਟੂ ਦ ਫੀਲਡ ਜਿਹੜਾ ਵਾ ਉਹ ਤੁਸੀਂ ਦੇਖ ਸਕਦੇ ਹੋ। ਇਹ ਜਿਹੜੀ ਡਾਇਰੈਕਸ਼ਨ ਹੈ ਇਹ ਪੈਰਲਲ ਟੂ ਦ ਫੀਲਡ ਹੈਗੀ ਹੈ। ਤੋ ਜ਼ੀਮੈਨ ਇਫੈਕਟ ਬੇਸਿਕਲੀ ਦੋ ਤਰ੍ਹਾਂ ਦੀਆਂ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਪਹਿਲਾ ਜਿਹੜਾ ਇਫੈਕਟ ਹੈ ਇਹਨੂੰ ਅਸੀਂ ਬੋਲਦੇ ਹਾਂ ਨੋਰਮਲ ਜ਼ੀਮੈਨ ਇਫੈਕਟ ਔਰ ਸੈਕਿੰਡ ਬੋਲਦੇ ਹਾਂ ਅਨੋਮਲਸ ਜ਼ੀਮੈਨ ਇਫੈਕਟ। ਬਟ ਇਹ ਐਕਚੁਅਲੀ ਨਾਮ 'ਤੇ ਨਹੀਂ ਜਾਣਾ ਜਿਹੜਾ ਜਨਰਲੀ ਸਾਰੇ ਚੀਜ਼ਾਂ ਦੇ ਵਿੱਚ ਜਿਹੜਾ ਵਾ ਅਨੋਮਲਸ ਜ਼ੀਮੈਨ ਇਫੈਕਟ ਜਿਹੜਾ ਵਾ ਉਹ ਜ਼ਿਆਦਾ ਦੇਖਿਆ ਜਾਂਦਾ। ਨੋਰਮਲ ਜ਼ੀਮੈਨ ਇਫੈਕਟ ਜਿਹੜਾ ਉਹ ਘੱਟ ਓਬਜ਼ਰਵ ਹੁੰਦਾ। ਤੋ ਨੋਰਮਲ ਜ਼ੀਮੈਨ ਇਫੈਕਟ ਐਕਚੁਅਲੀ ਉਹ ਤਾਂ ਗਿਆ ਕਿਉਂਕਿ ਇਹ ਪਹਿਲੇ ਹੀ ਡਿਸਕਵਰ ਹੋਇਆ ਔਰ ਇਹ ਜਿਹੜਾ ਵਾ ਇਹ ਕਲਾਸੀਕਲ ਥਿਓਰੀ ਦੇ ਅਕੋਰਡਿੰਗ ਤੁਸੀਂ ਇਹਨੂੰ ਐਕਸਪਲੇਨ ਕਰ ਸਕਦੇ ਹੋ ਬਟ ਅਨੋਮਲਸ ਨੂੰ ਤੁਸੀਂ ਨਹੀਂ ਕਰ ਸਕਦੇ ਐਕਸਪਲੇਨ। ਤਾਂ ਇਹਦੇ ਲਈ ਜਿਹੜਾ ਵਾ ਉਹ ਕੁਆਂਟਮ ਥਿਓਰੀ ਦੀ ਜਿਹੜੀ ਜ਼ਰੂਰਤ ਪੈਂਦੀ ਹੈ ਸਾਨੂੰ। ਤਾਂ ਨਾਮ ਜਿਹੜਾ ਹੈ ਉਹਦੇ ਤੋਂ ਅਸੀਂ ਕਨਫਿਊਜ਼ ਨਹੀਂ ਹੋਣਾ। ਨੋਰਮਲ ਜ਼ੀਮੈਨ ਇਫੈਕਟ ਜਿਹੜਾ ਹੈ ਉਹ ਮੋਰ ਕਾਮਨ ਨਹੀਂ ਹੈਗਾ। ਦਿਸ ਇਜ਼ ਮੋਰ ਕਾਮਨ। ਤੋ ਹੁਣ ਅਸੀਂ ਦੇਖਦੇ ਹਾਂ ਨੋਰਮਲ ਜ਼ੀਮੈਨ ਇਫੈਕਟ ਕੀ ਹੈ। ਬੇਸਿਕਲੀ ਤਾਂ ਸਪਲਿਟਿੰਗ ਆਫ ਲਾਈਟ ਹੀ ਹੈ ਬਟ ਕਿਸ ਤਰੀਕੇ ਨਾਲ ਹੈਗੀ ਉਹ ਅਸੀਂ ਦੇਖ ਰਹੇ ਹਾਂ। ਤੋ ਵੈਨ ਦ ਲਾਈਟ ਇਜ਼ ਓਬਜ਼ਰਵਡ ਪੈਰਲਲ ਟੂ ਦ ਮੈਗਨੈਟਿਕ ਫੀਲਡ ਸੋ ਦਿਸ ਇਜ਼ ਫਰੋਮ ਦਿਸ ਵਿਊ ਅਗਰ ਅਸੀਂ ਦੇਖਾਂਗੇ ਤਾਂ ਇਹ ਪੈਰਲਲ ਟੂ ਦ ਮੈਗਨੈਟਿਕ ਫੀਲਡ ਹੋਊਗਾ। ਤੋ ਸਿੰਗਲ ਲਾਈਨ ਇਜ਼ ਫਾਊਂਡ ਟੂ ਸਪਲਿਟ ਇਨ ਟੂ ਦ ਟੂ ਕੰਪੋਨੈਂਟਸ। तो one component has higher in frequency and other component has a lower frequency। ਠੀਕ ਹੈ। ਓਰੀਜਨਲ ਲਾਈਟ ਜਿਹੜੀ ਆ ਉਹ ਓਬਜ਼ਰਵ ਨਹੀਂ ਹੁੰਦੀ ਤੁਹਾਨੂੰ ਸਿਰਫ ਦੋ ਜਿਹੜੇ ਕੰਪੋਨੈਂਟਸ ਨੇ ਉਹ ਓਬਜ਼ਰਵ ਹੁੰਦੇ ਨੇ। ਇੱਕ ਦੀ ਫ੍ਰੀਕੁਐਂਸੀ ਜ਼ਿਆਦਾ ਹੈ ਦੂਜੇ ਦੀ ਫ੍ਰੀਕੁਐਂਸੀ ਜਿਹੜੀ ਆ ਉਹ ਘੱਟ ਹੈ। ਨੋਰਮਲ ਜ਼ੀਮੈਨ ਇਫੈਕਟ ਦੇ ਵਿੱਚ ਤੁਸੀਂ ਇਸ ਤਰ੍ਹਾਂ ਓਬਜ਼ਰਵ ਕਰਦੇ ਹੋ। ਸੋ ਦਿਸ ਇਜ਼ ਦ ਓਬਜ਼ਰਵੇਸ਼ਨ ਵੈਨ ਯੂ ਆਰ ਓਬਜ਼ਰਵਿੰਗ ਪੈਰਲਲ ਟੂ ਦ ਮੈਗਨੈਟਿਕ ਫੀਲਡ। ਸੋ ਵੈਨ ਯੂ ਆਰ ਓਬਜ਼ਰਵਿੰਗ ਪਰਪੈਂਡੀਕੂਲਰ ਹੈ ਨਾ ਤਾਂ ਉਸ ਟਾਈਮ 'ਤੇ ਕੀ ਹੁੰਦਾ ਤੁਹਾਨੂੰ 3 ਕੰਪੋਨੈਂਟ ਲਾਈਨਸ ਜਿਹੜੀਆਂ ਨੇ ਉਹ ਨਜ਼ਰ ਆਉਂਦੀਆਂ ਨੇ। ਇੱਕ ਤਾਂ ਤੁਹਾਨੂੰ ਓਰੀਜਨਲ ਲਾਈਨ ਨਜ਼ਰ ਆਉਂਦੀ ਹੈ ਦੋ ਜਿਹੜੇ ਕੰਪੋਨੈਂਟ ਨੇ ਤੁਹਾਨੂੰ ਇਕੁਅਲ ਡਿਸਟੈਂਸ ਦੇ ਉੱਪਰ
ਜਿਹੜੇ ਨੇ ਨਜ਼ਰ ਆਉਂਦੇ, ਜਿਵੇਂ ਸਪੋਜ਼ ਦਿਸ ਇਜ਼ ਦ ਓਰੀਜਨਲ ਲਾਈਨ, ਔਰ ਜਿਹੜੇ ਦੋ ਕੰਪੋਨੈਂਟ ਤੁਹਾਨੂੰ ਜਿਹੜੇ ਨੇ ਉਹ ਇਸ ਤਰੀਕੇ ਨਾਲ ਤੁਹਾਨੂੰ 3 ਲਾਈਨਸ ਜਿਹੜੀਆਂ ਨੇ ਉਹ ਨਜ਼ਰ ਆਉਂਦੀਆਂ ਨੇ ਵੈਨ ਯੂ ਆਰ ਟਾਕਿੰਗ ਅਬਾਊਟ ਦ ਓਬਜ਼ਰਵੇਸ਼ਨ ਪਰਪੈਂਡੀਕੂਲਰ ਟੂ ਦ ਮੈਗਨੈਟਿਕ ਫੀਲਡ, ਆਈ ਮੀਨ ਇਨ ਦਿਸ ਡਾਇਰੈਕਸ਼ਨ ਵੈਨ ਯੂ ਆਰ ਲੁਕਿੰਗ ਐਟ, ਤਾਂ ਤੁਹਾਨੂੰ ਇਸ ਤਰ੍ਹਾਂ ਜਿਹੜੀ ਆ ਉਹ ਨਜ਼ਰ ਆਉਂਦੀ ਹੈ। ਤੋ ਸਪੋਜ਼ ਜਿਹੜੀ ਓਰੀਜਨਲ ਲਾਈਟ ਹੈਗੀ ਆ ਅਗਰ ਉਹ ਅਨਪੋਲਰਾਈਜ਼ਡ ਹੋਵੇ ਸਾਡੇ ਕੋਲ, ਠੀਕ ਹੈ, ਬਟ ਜਿਹੜੇ ਕੰਪੋਨੈਂਟਸ ਅਸੀਂ ਇੱਥੋਂ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਆ ਉਹ ਕੰਪਲੀਟਲੀ ਜਿਹੜੇ ਨੇ ਪੋਲਰਾਈਜ਼ਡ ਨੇ, ਬਟ ਦੇ ਆਰ ਪੋਲਰਾਈਜ਼ਡ ਇਨ ਦ ਓਪੋਜ਼ਿਟ ਡਾਇਰੈਕਸ਼ਨਸ, ਠੀਕ ਹੈ। ਤੋ ਜਿਹੜੇ ਆਊਟਰ ਕੰਪੋਨੈਂਟਸ ਨੇ ਉਹਨਾਂ ਨੂੰ ਅਸੀਂ ਸਿਗਮਾ ਕੰਪੋਨੈਂਟਸ ਬੋਲਦੇ ਹਾਂ, ਜਿਹੜਾ ਕਿ ਮਿਡਲ ਕੰਪੋਨੈਂਟ ਹੈ, ਇਹ ਸਿਗਮਾ ਇਹਨਾਂ ਨੂੰ ਬੋਲਦੇ ਹਾਂ, ਔਰ ਮਿਡਲ ਕੰਪੋਨੈਂਟ ਜਿਹੜਾ ਹੈ ਇਹਨੂੰ ਅਸੀਂ ਬੋਲਦੇ ਹਾਂ ਪਾਈ ਕੰਪੋਨੈਂਟ, ਠੀਕ ਹੈ। ਤੋ ਜਦੋਂ ਅਸੀਂ ਨੋਰਮਲ ਜ਼ੀਮੈਨ ਇਫੈਕਟ ਜਦੋਂ ਅਸੀਂ ਦੇਖਦੇ ਹਾਂ ਪੈਰਲਲ, ਤਾਂ ਤੁਹਾਨੂੰ ਸਿਰਫ ਇਹ ਦੋਨੋਂ ਨਜ਼ਰ ਆਉਂਦੇ ਆ, ਪਾਈ ਨਹੀਂ ਨਜ਼ਰ ਆਉਂਦਾ। ਤੋ ਜਦੋਂ ਅਸੀਂ ਦੇਖਦੇ ਹਾਂ ਪਰਪੈਂਡੀਕੂਲਰ, ਤਾਂ ਤੁਹਾਨੂੰ ਇਹ ਤਿੰਨੋਂ ਜਿਹੜੀਆਂ ਲਾਈਨਸ ਨੇ ਤੁਹਾਨੂੰ ਨਜ਼ਰ ਆਉਂਦੀਆਂ ਨੇ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਜਿਹੜਾ ਹੈ when it is viewed parallel to the field then it is, ਇਹ ਤੁਹਾਨੂੰ ਸ਼ੋ ਕੀਤਾ ਹੋਇਆ ਵਾ ਕਿ ਇਹ ਓਰੀਜਨਲ ਲਾਈਨ ਹੈ ਬੀ ਨਿਊ ਨੋਟ, ਔਰ ਇਹਦੀ ਜਿਹੜੀ ਬੀ ਹੈ ਉਹ 0 ਹੈ ਇਸ ਟਾਈਮ 'ਤੇ, ਤਾਂ ਕੋਈ ਸਪਲਿਟਿੰਗ ਨਹੀਂ ਹੈਗੀ। ਜਦੋਂ ਤੁਸੀਂ ਬੀ ਨੂੰ ਇਨਕਰੀਜ਼ ਕਰ ਦਿੱਤਾ, ਮਤਲਬ ਇਨ ਦ ਪ੍ਰੈਜ਼ੈਂਸ ਆਫ ਮੈਗਨੈਟਿਕ ਫੀਲਡ, ਜਦੋਂ ਤੁਸੀਂ ਪੈਰਲਲ ਦੇਖਿਆ ਤਾਂ ਤੁਹਾਨੂੰ ਇਹ 2 ਲਾਈਨਸ ਨਜ਼ਰ ਆਈਆਂ, ਠੀਕ ਹੈ। ਇਹ ਡਾਟਡ ਲਾਈਨ ਸ਼ੋ ਕੀਤੀ ਹੋਈ, ਮਤਲਬ ਇੱਥੇ ਨਹੀਂ ਹੈਗਾ। ਤਾਂ ਇਹ 2 ਕੰਪੋਨੈਂਟ ਨਜ਼ਰ ਆਏ, ਇੱਕ ਜਿਹੜਾ ਵਾ ਇੱਕ ਇਸ ਤਰੀਕੇ ਨਾਲ ਸ਼ੋ ਕੀਤਾ ਹੋਇਆ ਵਾ ਪੋਲਰਾਈਜੇਸ਼ਨ, ਇੱਕ ਦੀ ਪੋਲਰਾਈਜੇਸ਼ਨ ਇੱਧਰ ਨੂੰ ਸ਼ੋ ਕੀਤੀ ਹੋਈ ਹੈ ਤੁਹਾਡੀ। ਔਰ ਦੂਸਰੀ ਤਰਫ ਜਦੋਂ ਤੁਸੀਂ ਦੇਖਿਆ ਪੈਰਲਲ ਟੂ ਦ ਫੀਲਡ, ਉਸ ਟਾਈਮ 'ਤੇ ਤੁਹਾਨੂੰ ਤਿੰਨੋਂ ਜਿਹੜੀਆਂ ਨੇ ਉਹ ਪੋਲਰਾਈਜ਼ਡ ਜਿਹੜੀਆਂ ਨੇ ਨਜ਼ਰ ਆਉਂਦੀਆਂ ਨੇ। ਇਹ ਜਿਹੜੀ ਹੈ ਇਹਦੀ ਜਿਹੜੀ ਕੰਪੋਨੈਂਟ ਦੀ ਪੋਲਰਾਈਜੇਸ਼ਨ ਆ ਇਹਨਾਂ ਦੋਨਾਂ ਕੰਪੋਨੈਂਟ ਤੋਂ ਪੈਰਲਲ ਜਿਹੜੀ ਹੈਗੀ ਹੈ। ਤੋ ਇਸ ਤਰ੍ਹਾਂ ਤੁਹਾਨੂੰ ਜਿਹੜੀ ਸਪਲਿਟਿੰਗ ਬੇਸਿਕਲੀ ਜਿਹੜੀ ਆ ਉਹ ਇੱਕ ਲਾਈਨ ਤੋਂ 3 ਲਾਈਨ ਦੇ ਵਿੱਚ ਜਿਹੜੀ ਆ ਸਪਲਿਟਿੰਗ ਹੋ ਰਹੀ ਹੈ, ਇਹਨੂੰ ਅਸੀਂ ਬੋਲਦੇ ਹਾਂ ਨੋਰਮਲ ਜ਼ੀਮੈਨ ਇਫੈਕਟ। ਸੋ ਨਾਓ ਵੀ ਆਰ ਮੂਵਿੰਗ ਟੂਵਰਡਸ ਦਾ ਅਨੋਮਲਸ ਜ਼ੀਮੈਨ ਇਫੈਕਟ। ਅਨੋਮਲਸ ਜ਼ੀਮੈਨ ਇਫੈਕਟ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਮੈਗਨੈਟਿਕ ਫੀਲਡ ਵੀਕ ਹੈ ਨਾ, ਤਾਂ ਵੀਕ ਹੈਗਾ ਹੈ ਤਾਂ ਕੁਝ ਹੋਰ ਇਫੈਕਟਸ ਜਿਹੜੇ ਨੇ ਉਹ ਆਉਂਦੇ ਨੇ, ਉਹਨਾਂ ਬਾਰੇ ਅਸੀਂ ਜਿਹੜਾ ਪ੍ਰੋਪਰ ਅੱਗੇ ਡਿਟੇਲ 'ਚ ਪੜ੍ਹਾਂਗੇ। ਤੋ ਇੱਕ ਜਿਹੜੀ ਲਾਈਨ ਹੈ ਉਹ ਜ਼ਿਆਦਾ ਨੰਬਰ ਆਫ ਕੰਪੋਨੈਂਟਸ ਦੇ ਵਿੱਚ ਜਿਹੜੀ ਆ ਉਹ ਸਪਲਿਟ ਹੋ ਜਾਂਦੀ ਹੈ। ਜਿਵੇਂ ਇੱਕ ਲਾਈਨ ਜਿਹੜੀ ਆ ਉਹ 4 ਕੰਪੋਨੈਂਟਸ ਦੇ ਵਿੱਚ ਸਪਲਿਟ ਹੋ ਜਾਂਦੀ ਹੈ। ਸੋਡੀਅਮ D1 ਲਾਈਨ 4 'ਚ ਹੁੰਦੀ ਹੈ, D2 ਲਾਈਨ ਜਿਹੜੀ ਉਹ 6 ਕੰਪੋਨੈਂਟਸ ਦੇ ਵਿੱਚ ਅੱਗੇ ਜਾ ਕੇ ਸਪਲਿਟ ਹੋ ਜਾਂਦੀ ਹੈ। ਤੋ ਇਸ ਤਰ੍ਹਾਂ ਦਾ ਜਿਹੜਾ ਇਫੈਕਟ ਹੈ ਇਹਨੂੰ ਅਸੀਂ ਬੋਲਦੇ ਹਾਂ ਅਨੋਮਲਸ ਜ਼ੀਮੈਨ ਇਫੈਕਟ। ਇਹ ਉਦੋਂ ਹੁੰਦਾ ਹੈ ਜਦੋਂ ਮੈਗਨੈਟਿਕ ਫੀਲਡ ਘੱਟ ਹੋਵੇ, ਔਰ ਜਿਹੜਾ ਨੋਰਮਲ ਜ਼ੀਮੈਨ ਇਫੈਕਟ ਹੈ ਉਦੋਂ ਹੁੰਦਾ ਜਦੋਂ ਮੈਗਨੈਟਿਕ ਫੀਲਡ ਜ਼ਿਆਦਾ ਹੋਵੇ। ਸੋ ਦਿਸ ਇਜ਼ ਅ ਵੈਰੀ ਇੰਪੋਰਟੈਂਟ ਇਫੈਕਟ। ਇਹ ਕਾਫੀ ਵਾਰ ਆਉਂਦਾ ਹੈ ਐਗਜ਼ਾਮਸ ਦੇ ਵਿੱਚ ਵੀ, ਸੋ ਡੂ ਇਟ ਵੈਰੀ ਪ੍ਰੋਪਰਲੀ।